ਉਹਨਾਂ ਨੂੰ ਆਰਾਧਨ ਵਾਲੇ। ਕਹਿੰਦੇ ਮਿਸ਼ਟਾਨ ਭਨ ਅਨ ਕਹੂੰ, ਕਿਸੇ ਤੋਂ ਮਿੱਠਾ ਮੰਗਾ ਲਿਆ ਪੁਜਾਰੀ ਲਈ, ਪੂਜਾ ਲਈ, ਕਿਸੇ ਤੋਂ ਕੁਝ ਪਾਨ ਆਦਿਕ ਵਸਤੂ ਹੋਰ ਖਾਣ ਪੀਣ ਵਾਲੀਆਂ ਮੰਗਾ ਲਈਆਂ, ਬਈ ਵੀਰਾਂ ਨੂੰ ਆਹ ਚੀਜ਼ ਦੇਣੀ ਆ, ਉਹਨਾਂ ਦਾ ਆਰਾਧਨ ਕਰਨਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਖਵਾਵਤ ਮੰਗਵਾਈ ਮੰਗੇ ਆਪ ਨਹੀਂ ਖਾਤ ਹੈ। ਉਹ ਆਪ ਨਹੀਂ ਖਾਂਦੇ, ਕਿਸੇ ਤੋਂ ਮੰਗਾਉਂਦੇ ਤੇ ਮੰਗਾ ਕੇ ਦੂਜਿਆਂ ਨੂੰ ਖਵਾਈ ਜਾਂਦੇ ਆ, ਬਈ ਆਹ ਲਓ ਜੀ, ਆਹ ਲਓ। ਭਾਈ ਸਾਹਿਬ ਕਹਿੰਦੇ ਐਸਾ ਕਰਦੇ ਨੇ, ਤੰਬੋਲ ਆਦਿ ਪਾਨ ਆਦਿ ਵਸਤੂ ਜਿਹੜੀਆਂ ਨੇ, ਔਰ ਕਿਸੇ ਤੋਂ ਮੰਗਾ ਲਈਆਂ, ਕਿਸੇ ਨੂੰ ਖਵਾਈ ਤੁਰੇ ਜਾਂਦੇ। ਵੀਰਾਂ ਦੇ ਆਰਾਧਨ ਕਰਨ ਵਾਲੇ, ਨਾ ਕਿ ਭਾਈ ਸਾਹਿਬ ਇਹ ਸਾਨੂੰ ਕਹਿ ਰਹੇ ਕਿ ਵੀਰਾਂ ਨੂੰ ਮੰਨੋ, ਤੇ ਨਾ ਹੀ ਇਹ ਕਹਿੰਦੇ ਵਰਤਾਓ। ਇਹ ਉਹਨਾਂ ਦੀ ਗੱਲ ਸੁਣਾ ਰਹੇ, ਉਹਨਾਂ ਦਾ ਐਗਜ਼ਾਮਪਲ ਦੇ ਰਹੇ ਨੇ। ਭਾਈ ਸਾਹਿਬ ਅਗਲਾ ਪ੍ਰਮਾਣ ਦਿੰਦੇ, ਕਹਿੰਦੇ ਜੈਸੇ ਦ੍ਰੁਮ ਸਫਲ ਫਲਤ ਫਲ ਖਾਤ ਨਾਹੀ। ਕਹਿੰਦੇ ਜੇ ਕੋਈ ਆਖੇ ਬਈ ਵੀਰਾਂ ਲਈ ਮੈਂ ਚੀਜ਼ ਮੰਗਾਈ ਤੇ ਮੰਗਾ ਕੇ ਆਪ ਨਹੀਂ ਖਾਧੀ, ਦੂਜਿਆਂ ਨੂੰ ਖਵਾਤੀ, ਵੀ ਬੜੀ ਸੋਭਾ। ਕਹਿੰਦੇ ਦੂਜੇ ਪਾਸੇ ਧਿਆਨ ਮਾਰੋ, ਜਿੰਨੇ ਬ੍ਰਿਸ਼ ਨੇ ਸੰਸਾਰ ਵਿੱਚ, ਉਹ ਫਲ ਆਪਣੇ ਵਿੱਚੋਂ ਉਤਪੰਨ ਕਰਦੇ ਤੇ ਉਹ ਫਲੀ ਭੂਤ ਹੁੰਦੇ ਆ। ਤੇ ਕਦੇ ਕਿਸੇ ਬ੍ਰਿਸ਼ ਨੇ ਫੁੱਲਾਂ ਦੀ ਸੁਗੰਧੀ ਆਪ ਲਈ, ਫਲ ਆਪ ਖਾਧਾ? ਕਹਿੰਦੇ ਉਹ ਫਲ ਵੀ ਆਪ ਨਹੀਂ ਖਾਂਦੇ। ਪਥਕ ਪੰਖੇਰੂ ਤੋਰ ਤੋਰ ਲੈ ਜਾਤ, ਪਥਕ ਰਸਤੇ ਦੇ ਪਾਂਧੀ ਤੁਰੇ ਜਾਂਦੇ, ਕੋਈ ਅਮਰੂਦ ਤੋੜ ਲਿਆ, ਕਿਸੇ ਬੇਰ ਤੋੜ ਲਏ, ਕਿਸੇ ਹੋਰ ਖਾਣ ਵਾਲੀ ਵਸਤੂ ਤੋੜ ਲਈ। ਪੰਛੀ ਆਉਂਦੇ ਨੇ, ਉਹਦੇ ਫਲਾਂ ਨੂੰ ਖਾਂਦੇ। ਮਧੂਮੱਖੀਆਂ ਆਉਂਦੀਆਂ, ਉਹਦੇ ਫੁੱਲਾਂ ਦਾ ਰਸ ਮਾਣਦੀਆਂ, ਉਹ ਵੀ ਦੂਜਿਆਂ ਲਈ, ਆਪਣੇ ਲਈ ਨਹੀਂ। ਕਹਿੰਦੇ ਜੈਸੇ ਤੋ ਸਮੁੰਦਰ ਨਿਧ ਪੂਰਨ ਸਕਲ ਬਿਦ। ਕਹਿੰਦੇ ਸਮੁੰਦਰ ਦੇ ਵਿੱਚ ਬੜੀਆਂ ਨਿਧੀਆਂ, ਬੜੇ ਖਜ਼ਾਨੇ ਛੁਪੇ ਹੋਏ ਨੇ, ਬੜੀਆਂ ਬੜੀਆਂ ਕੀਮਤੀ ਵਸਤੂ ਨੇ। ਹੰਸ ਮਾਰੂ ਜੀਵਾ ਹੀਰ ਕੱਢਤ ਸੋਗਾਤ ਹੈ। ਹੰਸ ਜਿਹੜੇ ਨੇ ਉਹ ਸਮੁੰਦਰ ਦੇ ਕਿਨਾਰੇ ਤੋਂ ਹੀਰੇ ਮੋਤੀ ਚੁਗ ਚੁਗ ਖਾਂਦੇ। ਮਰ ਜੀਵਾ ਕਹਿੰਦੇ ਆ ਜਿਹੜਾ ਟੋਭਾ ਹੁੰਦਾ ਨਾ, ਵਿੱਚ ਟੁੱਬੀਆਂ ਮਾਰਦਾ, ਉਹ ਥੱਲਿਓਂ ਜਿੰਨੀ ਡੂੰਘੀ ਟੁੱਬੀ ਮਾਰੇ ਓਨੇ ਕੀਮਤੀ ਵਸਤੂ ਥੱਲਿਓਂ ਕੱਢ ਕੇ ਲੈ ਕੇ ਆਉਂਦਾ ਹੈ। ਕਹਿੰਦੇ ਦੋਨੇ ਹੀ ਹੁਣ ਉਹਦੇ ਵਿੱਚੋਂ ਸੁਗਾਤਾਂ ਪ੍ਰਾਪਤ ਕਰਦੇ, ਖੁਰਾਕ ਪ੍ਰਾਪਤ ਕਰਦਾ ਹੈ ਕਿ ਸੁਗਾਤ ਪ੍ਰਾਪਤ ਕਰਦਾ ਵਸਤੂ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਹੁਣ ਸਮੁੰਦਰ ਵੀ ਆਪਣੀਆਂ ਵਸਤੂ ਆਪ ਭਖਸ਼ ਨਹੀਂ ਕਰਦਾ। ਭਾਈ ਸਾਹਿਬ ਚੌਥਾ ਪ੍ਰਮਾਣ ਦਿੰਦੇ, ਤੈਸੇ ਨੇ ਕਾਮ ਸਾਧੂ ਸੋਬਤ ਸੰਸਾਰ ਵਿਖੈ। ਕਹਿੰਦੇ ਜਿਹੜਾ ਸਾਧੂ ਗੁਰਸਿੱਖ ਪਿਆਰਾ, ਰੱਬ ਨਾਲ ਜੁੜਿਆ ਹੋਇਆ, ਪੁਨਿਆਤਮਾ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਜਿਹਦਾ ਆਤਮਕ ਪ੍ਰਮਾਤਮਾ ਵਿੱਚ ਮਿਲ ਗਿਆ, ਇੱਕ ਰੂਪ ਹੋ ਗਿਆ, ਐਸਾ ਸਾਧੂ ਜਿਹੜਾ ਹੈ ਕਾਮਨਾ ਤੋਂ ਰਹਿਤ ਹੋ ਜਾਂਦਾ ਹੈ। ਕਾਮਨਾ ਤੋਂ ਉਹਦੀ ਕੋਈ ਕਾਮਨਾ ਨਹੀਂ, ਪਰਮਾਤਮਾ ਨਾਲ ਜੁੜਿਆ, ਉਹਨੂੰ ਕੋਈ ਮਤਲਬ ਨਹੀਂ। ਕੋਈ ਆਵੇ ਤੇ ਮੇਰੇ ਕੋਲ ਕੱਪੜਾ ਲੈ ਕੇ ਆਵੇ, ਫਰੂਟਾਂ ਦੀ ਟੋਕਰੀ ਲੈ ਕੇ ਆਵੇ, ਕੋਈ ਆਵੇ ਤੇ ਹਾਰ ਲੈ ਕੇ ਆਵੇ, ਕੋਈ ਆਵੇ ਤੇ ਮੇਰੀ ਬੜੀ ਸ਼ੋਭਾ ਕਰੇ, ਉਹਨੂੰ ਕੋਈ ਮਤਲਬ ਨਹੀਂ। ਇਹਦੇ ਨਾਲ ਉਹ ਸੰਸਾਰ ਵਿੱਚ ਰਹਿੰਦਾ ਹੈ ਤੇ ਕਾਦੇ ਵਾਸਤੇ? ਪਰਉਪਕਾਰ ਹੇਤੁ ਸੁੰਦਰ ਸੋਗਾਤ ਹੈ। ਉਹਦਾ ਸਰੀਰ ਪਰਉਪਕਾਰਨ ਕਾਰਨੇ ਚਾਰੋ ਧਾਰੈ ਦੇਹ। ਵਿਦਵਾਨ ਸੱਜਣ ਕਹਿੰਦੇ ਆ, ਸੰਤ ਜਨ ਰੱਬ ਦਾ ਪਿਆਰਾ, ਤਰਵਰ ਸਰਵਰ ਸੰਤ ਜਨ ਚੌਥਾ ਵਰਸ ਹੈ ਮੇਹੁ। ਤਰਵਰ ਦਰਖਤ, ਸਰਵਰ ਸਰੋਵਰ, ਦਰਿਆਵ ਨਦੀਆਂ ਪਾਣੀ ਵਾਲੇ, ਤੇ ਸੰਤ ਜਨ ਤੀਜਾ ਸੰਤ ਮਹਾਤਮਾ ਸਾਧੂ ਪਿਆਰਾ ਗੁਰਸਿੱਖ ਤੇ ਮੀਂਹ। ਇਹਨਾਂ ਦਾ ਆਪਣਾ ਪ੍ਰਯੋਜਨ ਕੋਈ ਨਹੀਂ। ਨਾ ਮੀਂਹ ਆਪਣੇ ਵਾਸਤੇ ਪੈਂਦਾ ਹੈ, ਖੇਤੀਆਂ ਨੂੰ ਹਰੀਆਂ ਭਰੀਆਂ ਕਰਦਾ ਹੈ, ਠੰਡਕ ਬਣਾ ਦਿੰਦਾ ਹੈ, ਮੌਸਮ ਠੰਡਾ ਕਰ ਦਿੰਦਾ ਹੈ। ਮੀਂਹ ਦਾ ਆਪਣਾ ਕੋਈ ਲਕਸ਼ ਨਹੀਂ, ਸੰਸਾਰ ਵਾਸਤੇ ਆ। ਔਰ ਦਰਖਤ ਦਾ ਕੋਈ ਲਕਸ਼ ਨਹੀਂ, ਉਹਦੀ ਲੱਕੜ ਵੀ ਕਿਸੇ ਦੇ ਕੰਮ ਆਉਂਦੀ ਹੈ ਬਾਲਣ ਤੱਕ, ਪੱਤੇ ਵੀ ਛਾਇਆ ਕਿਸੇ ਦੇ ਕੰਮ ਆਉਂਦੀ ਹੈ, ਫੁੱਲ ਵੀ ਫਲ ਵੀ। ਔਰ ਜਿਹੜਾ ਔਰ ਦਰਿਆ ਵੇ, ਨਦੀਆਂ ਨੇ, ਉਹਦਾ ਪਾਣੀ
ਆਪਣੇ ਵਾਸਤੇ ਨਹੀਂ, ਦੂਜਿਆਂ ਦੀ ਪਿਆਸ ਬੁਝਾਉਂਦਾ ਹੈ, ਵਸਤਰ ਨਖੇਰਦਾ ਹੈ ਔਰ ਖੇਤੀਆਂ ਨੂੰ ਹਰੇ ਭਰੇ ਕਰਦਾ ਹੈ, ਪੀਣ ਨਾਲ ਪਿਆਸ ਮਟਾਉਂਦਾ ਹੈ। ਰੱਬ ਦਾ ਪਿਆਰਾ ਜਿਹੜਾ ਹੈ ਨਾ ਮਿਲ ਗਿਆ, ਬ੍ਰਹਮ ਗਿਆਤਾ, ਬ੍ਰਹਮ ਸਰੋਤਰੀ, ਬ੍ਰਹਮ ਨਿਸ਼ਟੀ, ਬ੍ਰਹਮ ਦੇ ਵਿੱਚ ਅਭੇਦ ਹੋਇਆ। ਗੁਰੂ ਕਾ ਸਿੱਖ, ਗੁਰੂ ਕਾ ਸਾਧ, ਗੁਰੂ ਕਾ ਪਿਆਰਾ, ਗੁਰੂ ਨਾਲ ਜੁੜੀ ਆਤਮਾ, ਉਹਦਾ ਵੀ ਪ੍ਰਯੋਜਨ ਕੋਈ ਨਹੀਂ। ਉਹਨੇ ਸਰੀਰ ਜਿਹੜਾ ਧਾਰਿਆ ਉਹ ਦੂਜਿਆਂ ਦੇ ਪਰਉਪਕਾਰ ਵਾਸਤੇ, ਜੋੜਨ ਵਾਸਤੇ, ਉਸ ਮਾਰਗ ਤੇ ਤੋਰਨ ਵਾਸਤੇ, ਜਪਣ ਵਾਸਤੇ, ਜਪਾਉਣ ਵਾਸਤੇ, ਰੱਬ ਦੇ ਮਾਰਗ ਤੇ ਪਾਉਣ ਵਾਸਤੇ, ਚਲਾਉਣ ਵਾਸਤੇ ਉਹ ਸੰਸਾਰ ਵਿੱਚ ਆਇਆ ਹੋਇਆ ਹੈ। ਉਹ ਇਸ ਕਰਕੇ ਉਹਦੇ ਸਰੀਰ ਦੀ ਇਹ ਹਾਲਤ ਹੈ ਬਈ ਉਧਰ ਨੂੰ ਤੁਰਦਾ, ਉਹਦੀ ਸਵੈ ਇੱਛਾ ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਉਹਦੀ ਤਾਂ ਕਾਮਨਾ ਹੀ ਕੋਈ ਨਹੀਂ ਰਹਿ ਗਈ, ਕਾਮਨਾ ਤੋਂ ਰਹਿਤ ਹੋ ਗਿਆ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਮਾਲਕ ਨੂੰ ਮਿਲਿਆ ਕਾਮਨਾ ਤੋਂ ਰਹਿਤ, ਕਾਮਨਾ ਕੋਈ ਨਹੀਂ, ਗੁਰਸਿੱਖ ਦੀ ਕਾਮਨਾ ਕੋਈ ਨਹੀਂ। ਉਹ ਸੰਸਾਰ ਦੇ ਵਿੱਚ ਨਿਧੀਆਂ ਦਾ ਖਜ਼ਾਨਾ ਤੇ ਸਾਰਿਆਂ ਨੂੰ ਬਰਸਾਉਂਦਾ, ਉਹਦੇ ਕੋਲ ਕੋਈ ਆਵੇ, ਕਿਸੇ ਨਾਲ ਈਰਸ਼ਾ ਨਹੀਂ, ਕਿਸੇ ਨਾਲ ਦੁਆਇਸ਼ ਨਹੀਂ, ਔਰ ਐਨ ਟਿਕਿਆ ਹੋਇਆ ਹੈ ਅੰਦਰੋਂ। ਭਾਈ ਸਾਹਿਬ ਅਗਲੇ ਸਵਾਈਏ ਦੇ ਦੁਆਰਾ ਕਿਰਪਾ ਕਰਦੇ ਨੇ, ਕਹਿੰਦੇ ਜੈਸੇ ਦੀਪ ਜੋ ਤਲੇ ਲਾਗੇ ਚੱਲੇ ਜਾਤ ਸੁਖ। ਭਾਈ ਗੁਰਦਾਸ ਸਾਹਿਬ ਕਹਿੰਦੇ ਦੀਵੇ ਦਾ ਚਾਨਣਾ ਜਿੱਥੋਂ ਤੱਕ ਹੋਵੇ, ਉਸ ਦੀ ਜੋਤ ਦੇ ਪ੍ਰਕਾਸ਼ ਨਾਲ ਉੱਥੋਂ ਤੱਕ ਨਦਰ ਨਾਲ ਮਨੁੱਖ ਸੁੱਖਾਂ ਦੇ ਸਹਿਤ ਜਾਂਦਾ। ਗਹੇ ਕਰ ਦੋ ਚਿੱਤੂ ਹੋਇ ਭਟਕ ਨਾ ਸੋ ਭੇਟ ਹੈ। ਤੇ ਕਹਿੰਦੇ ਪਕੜ ਕੇ ਦੀਵਾ ਚੱਲੇ, ਉਦੋਂ ਅੱਗੇ ਨੂੰ ਤੁਰਨਾ ਚਾਹੇ ਉਹਦੇ ਪ੍ਰਕਾਸ਼ ਤੋਂ ਤੇ ਭਟਕਣਾ ਵਿੱਚ ਪੈ ਜਾਵੇਗਾ, ਕਿਉਂਕਿ ਰਸਤਾ ਕੋਈ ਨਹੀਂ ਹਨੇਰੇ ਵਿੱਚ ਮਿਲਣਾ। ਦੀਵੇ ਨੂੰ ਛੱਡ ਕੇ ਕਿਸੇ ਹੋਰ ਕੋਈ ਮਾਰਗ ਗ੍ਰਹਿਣ ਕਰ ਲਵੇ। ਭਾਈ ਸਾਹਿਬ ਕਹਿੰਦੇ ਜੈਸੇ ਦਦ ਕੂਲ ਬੈਠ ਮੁਕਤਾ ਚੁਨਤ ਹੰਸ। ਕਹਿੰਦੇ ਜਿਵੇਂ ਸਰੋਵਰ ਦੇ ਕੋਲ ਕਿਨਾਰੇ ਤੇ ਬੈਠ ਕੇ ਹੰਸ ਜਿਹੜੇ ਨੇ ਹੀਰੇ ਤੇ ਮੋਤੀ ਚੁਗਣਾ ਕਰਦੇ ਨੇ, ਉਸ ਖੁਰਾਕ ਨੂੰ ਖਾਂਦੇ ਨੇ। ਕਹਿੰਦੇ ਪੈਰ ਤੁਨ ਨਾ ਪਾਵੇ ਪਾਰ ਲਹਿਰ ਲਪੇਟ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਰਹਿ ਕੇ ਜਿਵੇਂ ਸਮੁੰਦਰ ਦੇ ਕਿਨਾਰੇ ਹੰਸ ਰਹਿੰਦਾ ਤੇ ਕਿਨਾਰੇ ਤੇ ਬੈਠ ਕੇ ਆਨੰਦਿਤ ਹੁੰਦਾ ਹੈ, ਉਹਦੇ ਵਿੱਚੋਂ ਬਾਹਰ ਆਏ ਮੋਤੀ ਹੀਰੇ ਚੁਣਦਾ ਖਾਂਦਾ ਹੈ। ਪਰ ਉਹ ਹੰਸ ਚਾਹੇ ਮੈਂ ਹੁਣ ਕਿਨਾਰੇ ਨੂੰ ਛੱਡ ਕੇ, ਮਰਜ਼ਾਦਾ ਨੂੰ, ਇਸ ਨੂੰ ਛੱਡ ਕੇ ਤੇ ਮੈਂ ਛਾਲ ਮਾਰ ਕੇ ਵਿੱਚ ਇਹਦੇ ਸਮੁੰਦਰ ਦੇ ਚਲਾ ਜਾਣਾ ਹੈ ਤੇ ਨਾਲੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਮੋਤੀ ਖਾਵਾਂਗਾ, ਇੱਥੇ ਦਾ ਕੋਈ ਲੱਭਣਾ ਜਿਹਾ ਪੈਂਦਾ ਹੈ। ਕਹਿੰਦੇ ਉਹ ਡੁੱਬ ਜਾਵੇਗਾ, ਨਸ਼ਟ ਹੋ ਜਾਏਗਾ। ਉਹਦੀ ਮਾਨ ਮਰਜ਼ਾਦਾ ਹੈ ਕਿ ਕਿਨਾਰੇ ਕਿਨਾਰੇ ਰਹਿ, ਖੁਰਾਕ ਉੱਥੋਂ ਹੀ ਮਿਲੇਗੀ, ਉਹਦੇ ਵਿੱਚ ਗਿਆ ਡੁੱਬ ਜਾਵੇਂਗਾ, ਲਪੇਟ ਵਿੱਚ ਲਹਿਰ ਦੇ ਆ ਜਾਵੇਂਗਾ, ਪਾਰ ਨਹੀਂ ਹੋਇਆ ਜਾਣਾ, ਲਪੇਟਿਆ ਜਾਵੇਂਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਨਿਰਖ ਅਗਨ ਕਹਿ ਮਦ ਭਾਵ ਸਿਧ ਹੋਤ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਜਿਸ ਤਰ੍ਹਾਂ ਅਗਨੀ ਨੂੰ ਵੇ ਕਰਕੇ ਉਹਦੇ ਵਿੱਚ ਮੱਧ ਭਾਗ ਸਿੱਧ ਹੋਤ ਹੈ। ਭਾਈ ਸਾਹਿਬ ਕਹਿੰਦੇ ਉਹਦੇ ਵਿਚਾਲੇ ਮੱਧ ਭਾਗ ਦੇ ਨਾਲ ਕਾਰਜ ਸਿੱਧ ਹੁੰਦੇ। ਭਾਈ ਸਾਹਿਬ ਕਹਿੰਦੇ ਬਈ ਅੱਗ ਜਿਹੜੀ ਨਾ, ਅੱਗ ਇਹਦੇ ਮੱਧ ਕੁਝ ਕੁ ਦੂਰੀ ਬਣਾ ਕੇ, ਕੁਝ ਕੁ ਜਿੱਥੋਂ ਤੱਕ ਤੁਹਾਨੂੰ ਤੁਹਾਡੇ ਸੀਮਤ ਸੇਕ ਪਹੁੰਚਦਾ ਹੈ ਤੇ ਨੇੜੇ ਰਹੋਗੇ ਤੁਹਾਡੇ ਜਿਹੜੀ ਹੈ ਅਗਨੀ ਔਰ ਠੰਡ ਦੂਰ ਕਰ ਦੇਵੇਗੀ। ਤੇ ਜੇ ਅਤ ਨੇੜੇ ਵਿੱਚ ਉਹਦੇ ਚਲੇ ਜਾਓ ਤੇ ਉਹ ਸਾੜ ਦਿੰਦੀ ਹੈ, ਜਿਹੜੇ ਉਹਦੇ ਵਿੱਚ ਪੈ ਜਾਂਦੇ ਉਹਨਾਂ ਨੂੰ ਖਤਮ ਕਰ ਦਿੰਦੀ ਅੱਗ ਦੇ ਵਿੱਚ ਵਸਤੂ ਰੱਖੀ। ਤੇ ਜੇ ਬਹੁਤੀ ਦੂਰ ਚਲੇ ਜਾਓਗੇ ਉੱਥੋਂ ਤੱਕ ਉਹਦਾ ਸੇਕ ਨਹੀਂ। ਔਰ ਉਹਦੇ ਮੱਧ ਭਾਗ ਗੱਭੇ ਜਿਹਦੀ ਮਾਰ ਦੇ ਵਿੱਚ ਰਹੋ, ਸੇਕ ਨਾਲ ਤੁਹਾਡਾ ਔਰ ਜਿਹੜਾ ਹੈ ਠੰਡ, ਉਸ ਨੂੰ ਤੁਹਾਡੀ ਠੰਡ ਨੂੰ ਠੱਕੇ ਨੂੰ ਦੂਰ ਕਰੇ। ਕਹਿੰਦੇ ਨਿਕਟਾ ਬਿਕਟਾ ਦੁੱਖ ਸਹਿਸਾ ਨਾ ਮੀਟ ਹੈ। ਕਹਿੰਦੇ ਬਹੁਤ ਜੇ ਨੇੜੇ ਚਲੇ ਜਾਵੋ ਔਰ ਬਹੁਤਾ ਨੇੜੇ ਜਾਣ ਨਾਲ ਤੇ ਕਰੜਾ ਜਿਹੜਾ ਹੈ ਦੁੱਖ ਹੋਵੇਗਾ ਉਹ ਸਾੜੇਗੀ, ਦੂਰ ਜਾਣ ਨਾਲ ਠੰਡ ਠਾਰੇਗੀ।
और वो दूर नहीं जाना चाहिए, ना बहुता नज़दीक, अपने टिकाने ते रह। भाई साहब अगला प्रमाण देंदे ने, कहते जदों ऐसा होया, कहते तैसे गुर शब्द स्नेह कै परम पद, मूरत समीप सिंह साप की आखेट है। कहने लगे तैसे उसे तरह जेड़ा शब्द दे, गुरु शब्द दे स्नेह दे विच रहिंदा, प्रेम दे विच रहिंदा, ते प्रेम विच रह के वो परम पद, सब तो वड्डा पद मरातबा गुरु वाला हासिल करदा है। और मूरत समीप सिंह, कहने लगे उस अकाल पुरख वैगुरु दे परमात्मा दे समीपता यतन करदा है नेड़े और होण दा, और उहदे विच मिल जांदा है जदों जपदा है। कहने लगे नहीं ते सजना आयों ही जे अंदर प्रेम नहीं, परमात्मा दे नाल जुड़िया नहीं, ते सजना याद रखी जिवें कोई शेर दे घोरने में चला जाए या सप दी खड्ड विच हाथ पा लवे ते वो नेड़े गया बचदा नहीं। कहन लगे सजना तू परमात्मा नू आराध प्रेम नाल, ते जे तू चाहे बई सारे पदार्थ भी एक अगन ने, वो वादे गए रब नों दूर चला जाएगा। परमात्मा नाल जुड़ना है ते सजना तन दे विच रह के जुड़ और तुर, और तेरे दुख मिट जाणगे, नहीं ते खतरनाक बन जाणगे पदार्थ तेरे लई। अगले स्वाइये द्वारा भाई साहब कृपा करते ने, स्वाम काज लाग सेवा कर तू सेवक जैसे। भाई गुरदास साहब कहते जिस तरह अपने मालिक दे कारज वास्ते और जेड़ा सेवक है नौकर है सेवा करदा आ बड़े प्रेम दे नाल, नरपत निरख स्नेह उपजावई, जदों वफादारी दे नाल वो कारजां नूं निभाउंदा है ना, ते वो राजे दे मालिक दा ध्यान हुंदा है, मालिक दा राजे दा, कि फलाना बंदा बड़ा काम करदा वफादारी नाल और बहुत जिम्मेवारी निभाउंदा है, ते उहदे प्रति राजे दे मालिक दे मन विच प्रेम पैदा हुंदा है कि इस बंदे ते मैं खास ध्यान दियां, ये बड़ा वफादार है, ये कारज निभाउंदा है, ये मार्ग ते चलदा है। भाई साहब अगला प्रमाण देंदे, जैसे पूत चोचला कर तो पिता विद्यमान, कहंदे पिता दे कोल चलदा फिरदा पुत्र प्रेम दे नाल बड़ियां तोतलियां गल्लां करदा है ते पिता नूं बड़ा चंगा लगदा है। देख देख सोन सोन आनंद बढ़ावई, ते बाप जिहड़ा है पिता दियां पुत्र दियां गल्लां सुन सुन के बड़ा खुशी दे सहित हुंदा इधर उधर, और उन्होंने खेलदे नूं देख के। भाई साहब अगला प्रमाण देंदे, जैसे पाकशाल मद बिंजन परोसै नार, कहते रसोई दे अंदर सियाणी बीबी ने भोजन परोसिया ते रसोई विच बैठ के छकन वाले ने छकिया, पत खात प्यार की परम सुख पावई, कहते जिवें बच्चा तोतलियां गल्लां करदा इधर उधर और दौड़दा फिरदा, ते बाप बैठा उन्हों देख के बड़ा प्रसन्न हुंदा है, खुश हुंदा है, ते उन्हों तुरदे फिरदे नूं कुछ खवांदा। रसोई दे अंदर स्वाणी ने भोजन बनाया, बीबी ने भोजन बनाया, ते परिवार ने पति देव ने छकिया, ते उन्होंने छकाउंदियां प्रसन्नता हुंदी, मेरा भोजन इहदे पसंद आया और इन्हां ने भोजन पेट भर के कीता, कहंदे बड़ा मन नूं उहदे सकून उपजदा है। भाई साहब चौथा प्रमाण देंदे, कहंदे तैसे गुर शब्द सुनत सरोता सावधान, इसे तरह गुरु दे शब्द नूं सुनदियां सरोते सावधानता दे विच आ जांदे, सावधान हो जांदे, भाई गुरु का वचन है और गुरु के वचन अंदर की विचार है, कैसा रस है उहदा मानदे। जे बंदा भोजन छकन लगा सावधान नहीं ना, उन्होंने नहीं पता लगना मिर्च ज़्यादा नून घाटे, की स्वादिष्ट बनया कि नहीं बनया और किस तरह का बनया। कहते ऐं जेड़ा
ਭਜਨ ਵੇਲੇ ਸਾਵਧਾਨ ਹੁੰਦਾ ਹੈ, ਰਸ ਉਸੇ ਨੂੰ ਹੀ ਆਉਂਦਾ ਹੈ। ਕਿਉਂਕਿ ਹੋਰ ਪਾਸਿਆਂ ਤੋਂ ਚਿੱਤ ਦੇ ਖੰਡਾਓ ਨੂੰ ਟਕਾ ਲਿਆ, ਨਿਤਨੇਮ ਕਰਨ ਲੱਗਿਆਂ, ਬੰਦਗੀ ਕਰਨ ਲੱਗਿਆਂ, ਸਿਮਰਨ ਕਰਨ ਲੱਗਿਆਂ, ਸੇਵਾ ਕਰਨ ਲੱਗਿਆਂ ਕਰਦਾ ਹੈ, ਧਿਆਨ ਗੁਰੂ ਤੇ ਆ, ਉਹ ਇੱਕ ਰਸ ਪੈਦਾ ਹੋਣ ਲੱਗ ਜਾਂਦਾ ਹੈ, ਉਹ ਸੁਖ ਨੂੰ ਪ੍ਰਾਪਤ ਹੁੰਦਾ। ਤੈਸੇ ਗੁਰ ਸ਼ਬਦ ਸੁਣਤਾ ਸਰੋਤਾ ਸਾਵਧਾਨ, ਜਦੋਂ ਸਰੋਤੇ ਸਾਵਧਾਨਤਾ ਇਕਾਗਰਤਾ ਨਾਲ ਇਕਸਾਰਤਾ ਨਾਲ ਬੈਠਦੇ ਆ, ਗਾਵੇ ਰੀਝ ਗਾਇਨ, ਗਾਉਣ ਵਾਲਾ ਸਰੋਤਿਆਂ ਨੂੰ ਟਿਕਿਆ ਹੋਇਆਂ ਨੂੰ ਦੇਖ ਕੇ ਬੜੀ ਰੀਝ ਨਾਲ ਉਹਦਾ ਗਾਇਨ ਕਰੇ ਔਰ ਸ਼ਬਦ ਗਾਇਨ ਕਰੇ ਗੁਰੂ ਕੀ ਬਾਣੀ ਦਾ, ਤੇ ਉਹ ਸੁਣਨ ਵਾਲੇ ਸਰੋਤੇ ਜਿਹੜੇ ਮਗਨ ਹੋ ਕੇ ਰਸ ਮਾਣਦੇ ਨੇ। ਜੇ ਗਾਇਨ ਕਰਨ ਵਾਲਾ ਕੀਰਤਨ ਕਰ ਰਿਹਾ ਹੈ, ਵਿਚਾਰਕ ਵਿਚਾਰ ਕਰ ਰਿਹਾ ਹੈ, ਸੰਗਤ ਵਿੱਚ ਹਲਚਲ ਮੱਚੀ ਹੋਈ ਆ, ਔਰ ਉਹ ਸੰਗਤ ਵਿੱਚ ਕੋਈ ਗੱਲਾਂ ਕਰ ਰਿਹਾ, ਕੋਈ ਕੁਝ ਕਰ ਰਿਹਾ ਹੈ, ਉਹਨਾਂ ਨੂੰ ਵੀ ਰਸ ਨਹੀਂ ਆ ਰਿਹਾ, ਤੇ ਰਸ ਉਹਦਾ ਵੀ ਭੰਗਤ ਹੋ ਜਾਵੇਗਾ, ਜਿਹੜਾ ਗਾ ਰਿਹਾ ਹੈ, ਸੁਣਾ ਰਿਹਾ ਹੈ, ਅਜ਼ਾਈ ਦੋਨੇ ਚਲੇ ਜਾਣਗੇ। ਸੰਗਤ ਦੀ ਇਕਾਗਰਤਾ, ਉਹਨਾਂ ਨੂੰ ਵੀ ਰਸ ਤੇ ਗਾਉਣ ਵਾਲੇ ਨੂੰ ਵੀ ਰਸ ਆਵੇਗਾ। ਜਦੋਂ ਰੀਝ ਕੇ ਗਾਉਂਦਾ ਹੈ ਤੇ ਫਿਰ ਦੋਨਾਂ ਪਾਸਿਆਂ ਤੋਂ ਸਹਿਜ ਸ਼ਾਂਤੀ, ਗਿਆਨ, ਲਿਵ ਲਾਵਹੀ। ਭਾਈ ਗੁਰਦਾਸ ਸਾਹਿਬ ਕਹਿੰਦੇ ਦੋਨਾਂ ਦੀ ਲਿਵ ਸ਼ਬਦ ਵਿੱਚ ਜੁੜ ਜਾਂਦੀ ਹੈ। ਉਹਦੀ ਗਾਇਨ ਕਰਨ ਵਾਲੇ ਦੀ ਵੀ, ਸੁਰਤ ਜੋੜ ਕੇ ਸੁਣਨ ਵਾਲੇ ਦੀ ਵੀ, ਦੋਨਾਂ ਦੀ ਔਰ ਲਿਵ ਜਿਹੜੀ ਆ ਉਹ ਗੁਰੂ ਨਾਲ ਜੁੜ ਜਾਂਦੀ ਏ। ਗੁਰੂ ਦੇ ਚਰਨਾਂ ਵਿੱਚ ਉਹਨਾਂ ਦੀ ਹਾਜ਼ਰੀ ਪ੍ਰਵਾਨ ਹੁੰਦੀ ਏ। ਸਤਿਗੁਰੂ ਗਰੀਬ ਨਵਾਜ ਨੇ ਜੋ ਉਪਦੇਸ਼ ਦਿੱਤਾ, ਗੁਰੂ ਦੇ ਮਾਰਗ ਤੇ ਤੁਰਨ ਲਈ, ਜੁੜਨ ਲਈ ਕਿਵੇਂ ਜੁੜਨਾ ਹੈ, ਕਿਸ ਤਰ੍ਹਾਂ ਅਸੀਂ ਅੱਗੇ ਨੂੰ ਵਧਣਾ ਹੈ, ਭਾਈ ਗੁਰਦਾਸ ਸਾਹਿਬ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਆਪ ਸਤਿਗੁਰੂ ਕੀ ਗਰੀਬ ਨਵਾਜ ਦੀ ਸੰਗਤ ਨੇ ਗੁਰੂ ਕੇ ਬਚਨ ਹਿਰਦਿਆਂ 'ਚ ਵਸਾਉਣਾ, ਜੀਵਨ ਅੰਦਰੋਂ ਚੱਲਣ ਦਾ, ਅੰਦਰੋਂ ਬਦਲਾਓ ਦਾ, ਜੀਵਨ ਬਦਲਾਉਣ ਦਾ, ਆਪਣੇ ਵਿਚਾਰ ਬਦਲਾਉਣ ਦਾ, ਖਿਆਲਾਤ ਬਦਲਾਉਣ ਦਾ ਜਿਹੜਾ ਨਾ ਹੀਆ ਕਰਨਾ, ਫੇਰ ਹੀ ਸਾਡਾ ਆਇਆ ਸਫਲਾ ਹੋਣਾ। ਅਗਰ ਨਹੀਂ ਤੇ ਸਾਡਾ ਸੁਣਿਆ ਪੜ੍ਹਿਆ ਕੋਈ ਥਾਏ ਨਹੀਂ ਪੈਣਾ, ਜੇ ਜੀਵਨ ਵਿੱਚ ਬਦਲਾਓ ਨਹੀਂ ਆਇਆ। ਔਰ ਇਹਨੂੰ ਪੜ੍ਹ ਕੇ ਸੁਣ ਕੇ ਗੁਰੂ ਦੇ ਮਾਰਗ ਤੇ ਚੱਲਣਾ, ਗੁਰੂ ਦੇ ਵੱਲ ਨੂੰ ਚੱਲਣਾ ਔਰ ਗੁਰੂ ਆਛੇ ਅਨੁਸਾਰ ਚੱਲਣਾ, ਫਿਰ ਹੀ ਸਾਡਾ ਆਇਆ ਸਫਲਾ ਹੋਣਾ ਹੈ ਜੀ। ਬੇਅੰਤ ਭੁੱਲਾਂ ਦੀ ਖਿਮਾ, ਗਰੀਬ ਨਵਾਜ ਦੇ ਬਚਨ ਜਨ ਹਿਰਦਿਆਂ 'ਚ ਵਸਾਈਏ, ਗੁਰੂ ਵਾਲੇ ਬਣੀਏ, ਗੁਰੂ ਨਾਲ ਜੁੜ ਜਾਈਏ, ਸਾਡਾ ਆਇਆ ਸਫਲਾ। ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਮੋਹ ਪੈ